ਵਿੱਚ ਰੱਬ ਵਸਦਾ ਹੈ। ਇਹ ਗੱਲ ਤੁਸੀਂ ਕਈ ਵਾਰ ਸੁਣੀ ਹੋਵੇਗੀ ਤੇ ਪਿੰਡਾਂ ਦੇ ਲੋਕਾਂ ਵਿਚਲੀ ਭਾਈਚਾਰਕ ਸਾਂਝ ਤੇ ਆਪਸੀ ਪ੍ਰੇਮ ਪਿਆਰ ਵਿੱਚ ਇਸ ਗੱਲ ਨੂੰ ਮਹਿਸੂਸ ਵੀ ਕੀਤਾ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਵਿੱਚ ਲੈ ਕੇ ਚੱਲਦੇ ਹਾਂ ਜਿਸ ਦੇ ਅੰਦਰ ਦਾਖਲ ਹੁੰਦੇ ਹੀ ਰੂਹ ਨੂੰ ਸਕੂਨ ਮਿਲਦਾ ਹੈ, ਜਿਸ ਦੀ ਹਰ ਗਲੀ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕਰਦੀ ਹੈ, ਜਿਸ ਦੀ ਹਰ ਕੰਧ ਸਿੱਖ ਕੌਮ ਦੇ ਲਾਸਾਨੀ ਇਤਿਹਾਸ ਦੀ ਬਾਤ ਪਾਉਂਦੀ ਹੈ। ਦੇਸ਼ ਕੌਮ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਸਿੰਘਾਂ ਸੂਰਮਿਆਂ ਤੋਂ ਲੈ ਕੇ ਸਿੱਖੀ ਸਿਧਾਂਤਾਂ ਉੱਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰੂ ਸਿੱਖਾਂ ਦੇ ਜੀਵਨ ਚਿੱਤਰ ਤੁਹਾਨੂੰ ਇੱਕ ਨਵੇਂ ਜੋਸ਼ ਤੇ ਊਰਜਾ ਨਾਲ ਭਰ ਦੇਣਗੇ। ਤਾਂ ਆਓ ਚੱਲਦੇ ਹਾਂ ਮੋਗਾ ਦੇ ਪਿੰਡ ਕਿਸ਼ਨਪੁਰਾ। ਇਹ ਖੂਬਸੂਰਤ ਨਜ਼ਾਰਾ ਪਿੰਡ ਕਿਸ਼ਨਪੁਰਾ ਦਾ ਹੈ। ਪਿੰਡ ਦੀਆਂ ਗਲੀਆਂ ਦੀਆਂ ਕੰਧਾਂ ਉੱਤੇ ਸਿੱਖ ਕੌਮ ਦੇ ਵਡਮੁੱਲੇ ਇਤਿਹਾਸ ਨੂੰ ਚਿੱਤਰਾਂ ਰਾਹੀਂ ਉਕੇਰਿਆ ਗਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਮਹਾਨ ਵਿਰਸੇ ਤੋਂ ਜਾਣੂ ਹੋ ਸਕਣ। ਕੰਧਾਂ ਉੱਤੇ ਕਿਤੇ ਸਿੱਖ ਕੌਮ ਦੇ ਮਹਾਨ ਯੋਧੇ ਹਰੀ ਸਿੰਘ ਨਲਵਾ ਦਾ ਚਿੱਤਰ ਹੈ ਤਾਂ ਕਿਤੇ ਸੇਵਾ ਤੇ ਇਨਸਾਨੀਅਤ ਦੀ ਮਿਸਾਲ ਭਗਤ ਪੂਰਨ ਸਿੰਘ ਜੀ ਦਾ, ਕਿਤੇ ਸਾਰਾਗੜੀ ਦੇ ਸ਼ਹੀਦ ਨਾਇਕਾਂ ਦਾ ਵਰਣਨ ਹੈ ਤਾਂ ਕਿਤੇ ਖਾਲਸਾ ਐਡ ਵਾਲੇ ਰਵੀ ਸਿੰਘ ਦਾ। ਪਿੰਡ ਦੀ ਸੱਥ ਵਿੱਚ ਜੁੜੇ ਪਤਵੰਤਿਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਮਨ ਵਿੱਚ ਇਸ ਪਿੰਡ ਨੂੰ ਇਹ ਨਿਵੇਕਲੀ ਦਿੱਖ ਦੇਣ ਦਾ ਖਿਆਲ ਆਇਆ ਤੇ ਕਿਵੇਂ ਇਸ ਕੰਮ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਗੱਲ ਕਰਦੇ ਆ ਇਹਨਾਂ ਦੇ ਨਾਲ ਤੇ ਪੁੱਛਦੇ ਹਾਂ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਕਿਵੇਂ ਗੱਲ ਬੈਠੀ ਕਿ ਯੁਵਾ ਪੀੜ੍ਹੀ ਨੂੰ ਅਗਰ ਪੁਰਾਣੇ ਇਤਿਹਾਸ ਬਾਰੇ ਦੱਸਣਾ ਹੈ ਤਾਂ ਇਹ ਤਕਨੀਕ ਬਣਾਈ ਜਾਵੇ। ਹਾਂਜੀ, ਕੀ ਨਾਂ ਜੀ ਤੁਹਾਡਾ? ਵਰਿੰਦਰਪਾਲ ਸਿੰਘ ਜੀ। ਵਰਿੰਦਰਪਾਲ ਜੀ, ਪਿੰਡ ਕਿਸ਼ਨਪੁਰਾ ਦੀ ਇੱਕ ਬਸਤੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੁਰਾਣੇ ਇਤਿਹਾਸ ਦੀਆਂ ਘਰਾਂ ਦੇ ਬਾਹਰ ਦੀਵਾਰਾਂ ਦੇ ਉੱਤੇ ਜਿਹੜਾ ਹੈਗਾ ਸਲੋਗਨ ਬਣਾਏ ਗਏ ਨੇ, ਉਹ ਤਸਵੀਰਾਂ ਬਣਾਈਆਂ ਗਈਆਂ। ਇਹ ਜੀ ਸਾਡੇ ਪਿੰਡ ਦੇ ਵਿੱਚ ਗੌਰਮੈਂਟ ਹਾਈ ਸਕੂਲ ਲੜਕੀਆਂ ਦਾ, ਉੱਥੇ ਅੱਜ ਤੋਂ ਕੋਈ 10 ਕੁ ਮਹੀਨੇ ਪਹਿਲਾਂ ਉਹਨੂੰ ਉਹ ਐਜੂਕੇਸ਼ਨ ਡਿਪਾਰਟਮੈਂਟ ਵਾਲਿਆਂ ਨੇ ਉਹਨੂੰ ਬਾਲਾ ਵਰਕ ਕਹਿੰਦੇ ਆ, ਔਰ ਐਜੂਕੇਸ਼ਨ ਡਿਪਾਰਟਮੈਂਟ ਨੇ ਆਪਦੀ ਉਹਦੇ ਨਾਲ ਰਿਲੇਟਡ ਐਜੂਕੇਸ਼ਨ ਨਾਲ ਰਿਲੇਟਡ ਉਹਨਾਂ ਨੇ ਪੇਂਟਿੰਗਸ ਉੱਥੇ ਬਣਾਈਆਂ ਸੀ। ਇਹੀ ਆਪਣਾ ਚਿੱਤਰਕਾਰ ਜਿਹੜਾ ਇੱਥੇ ਬਣਾ ਰਿਹਾ ਸੀ, ਇਸੇ ਪੇਂਟਰ ਨੇ ਸਕੂਲ 'ਚ ਕੰਮ ਕੀਤਾ ਸੀ। ਉੱਥੋਂ ਸਾਨੂੰ ਐਂ ਹੋਇਆ ਵੀ ਆਪਾਂ ਵੀ ਕੁਛ ਨਾ ਕੁਛ ਆਪਣੇ ਅਖਬਾਰ ਦੇ ਵਿੱਚ ਪੱਤੀ 'ਚ ਕਰੀਏ। ਨਾਭਾ ਤਹਿਸੀਲ ਦੇ ਪਟਿਆਲੇ ਜ਼ਿਲ੍ਹੇ ਦਾ ਇੱਕ ਪਿੰਡ ਆ ਜਿੱਥੇ ਅੱਜ ਤੋਂ ਕੁਝ ਸਾਲ ਪਹਿਲਾਂ ਕਿਸੇ ਹਿੰਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਉਹਦੇ 'ਚ ਇਹ ਆਪਣਾ ਪਿੰਡ ਉਹਨਾਂ ਨੇ ਦਿਖਾਇਆ ਸੀ। ਉਦੋਂ ਸਾਨੂੰ ਮਨ 'ਚ ਸੀਗੀ ਵੀ ਆਪਾਂ ਵੀ ਕੋਈ ਆਪਾਂ ਇੱਦਾਂ ਦਾ ਬਣਾਈਏ ਜਿਹਦੇ ਵਿੱਚ ਆਪਣੇ ਪਿੰਡ ਦੀ ਪੰਜਾਬ 'ਤੇ ਪਤਾ ਲੱਗੇ ਕਿ ਦੁਨੀਆ ਦੇ ਪਤਾ ਲੱਗੇ ਵੀ ਕਿਸ਼ਨਪੁਰਾ ਪਿੰਡ ਹੈ ਕੋਈ ਮੋਗੇ ਜ਼ਿਲ੍ਹੇ ਦਾ। ਉੱਥੋਂ ਸੇਧ ਲੈ ਕੇ ਅਸੀਂ ਇੱਥੇ ਬਜ਼ੁਰਗਾਂ ਦੇ ਨਾਲ ਗੱਲ ਕੀਤੀ ਸੱਥ ਦੇ ਵਿੱਚ, ਪੁੱਛਿਆ ਕਿ ਆਪਾਂ ਸੱਥ ਦੇ ਵਿੱਚ ਐਂ ਕਰਕੇ ਆਹ ਪੇਂਟਿੰਗ ਦਾ ਕੰਮ ਕਰਾਉਣਾ ਚਾਹੁੰਦੇ ਹਾਂ। ਸਾਡਾ ਪਹਿਲਾਂ ਟੀਚਾ ਸੀਗਾ ਵੀ ਇੱਥੇ ਸਿਰਫ ਜਿੱਥੇ ਆਪਾਂ ਬੈਠੇ ਪਿੱਛੇ ਤੁਸੀਂ ਦੇਖ ਰਹੇ ਸਟੇਜ ਤੋਂ ਹੌਲੀ ਹੌਲੀ ਅਸੀਂ 2 ਕੰਧਾਂ ਕਰਵਾਈਆਂ। ਘਰ ਵਾਲਿਆਂ ਨੂੰ ਪੁੱਛਿਆ ਜਿਨ੍ਹਾਂ ਨੂੰ ਵੀ ਤੁਸੀਂ ਸਾਡਾ ਸਹਿਯੋਗ ਦਿਓਗੇ, ਅਤੇ ਉਹਨਾਂ ਨੇ ਸਾਡੀ ਆਰਥਿਕ ਪੱਖੋਂ ਵੀ ਮਦਦ ਕੀਤੀ। ਅਤੇ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਅਸੀਂ ਕੰਮ ਸ਼ੁਰੂ ਕੀਤਾ, ਪੁਰਾਤਨ ਸਿੱਖ ਇਤਿਹਾਸ ਦਾ, ਪੰਜਾਬੀ ਸੱਭਿਆਚਾਰ ਦਾ, ਪੰਜਾਬ ਦੇ ਵਿਰਸੇ ਦਾ, ਇਹ ਜਿਹੜੇ ਕਲਚਰ ਨੂੰ ਦਰਸਾਉਂਦੀਆਂ ਹੋਈਆਂ ਜਿਹੜੇ ਬਣਾਏ ਪੇਂਟਿੰਗਸ ਬਣਾਈਆਂ। ਸਾਡੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਸਾਡੀ ਆਜ਼ਾਦੀ ਦਿਵਾਉਣ ਦੇ ਵਿੱਚ ਸਾਡੇ ਸ਼ਹੀਦ ਹੋਏ, ਉਹਨਾਂ ਸ਼ਹੀਦਾਂ ਦੀਆਂ ਪੇਂਟਿੰਗਸ ਬਣਾਈਆਂ ਗਈਆਂ। ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ, ਮਹਾਰਾਜਾ ਕਮਰ ਦਲੀਪ ਸਿੰਘ ਜੀ ਦੀ ਪੇਂਟਿੰਗ, ਮਹਾਰਾਣੀ ਜਿੰਦ ਕੌਰ ਦੀ ਪੇਂਟਿੰਗ। ਇਸੇ ਤਰ੍ਹਾਂ ਹੀ ਸੱਥਾਂ ਦੇ ਵਿੱਚ ਬਜ਼ੁਰਗਾਂ ਦੇ ਤਾਸ਼ ਖੇਡਦਿਆਂ ਦੀਆਂ ਜਿਹੜੀਆਂ ਪੇਂਟਿੰਗਸ ਬਣਾਈਆਂ ਗਈਆਂ। ਪੈਸਾ ਥੋੜ੍ਹਾ ਮੋਟਾ ਤਾਂ ਜੀ ਜਿਹੜੀ ਥੋੜ੍ਹੀ ਮੋਟੀ ਸਹਾਇਤਾ ਤਾਂ ਅਸੀਂ ਆਪਣੇ ਤੌਰ 'ਤੇ ਜਿਹੜੀ ਪਿੰਡ ਦੇ ਅਗਵਾੜ ਤੌਰ 'ਤੇ ਜਿਹੜੀ ਇਕੱਠੀ ਕੀਤੀ ਸੀਗੀ, ਪਰ ਸਾਨੂੰ ਜਿਹੜੀ ਜ਼ਿਆਦਾ ਜਿਹੜੀ ਫਾਈਨੈਂਸ਼ੀਅਲੀ ਮਦਦ ਹੋਈ ਉਹ ਸਾਨੂੰ NRI ਭਰਾਵਾਂ ਤੋਂ ਹੋਈ। ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਸਿਰੇ ਚੜ੍ਹਨਾ ਜੀ। ਅਤੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਹੁਣ ਜਿਹੜੀ ਸ਼ੁਰੂ ਹੀ ਕਰ ਲਿਆ ਫਿਰ ਇਹਨੂੰ ਸਿਰੇ ਲਾ ਕੇ ਹਟਿਓ। ਹੁਣ ਇੱਥੇ ਸਾਡੇ ਜਿੰਨੇ ਮਰਜ਼ੀ 2 ਲੱਖ ਦਾ ਸਾਡਾ ਪ੍ਰੋਜੈਕਟ ਸੀਗਾ ਜਿਹਦੇ 'ਚ ਅੱਧਾ ਇਹ ਕੰਪਲੀਟ ਹੋ ਗਿਆ, ਅੱਧਾ ਰਹਿੰਦਾ। ਉਹਨਾਂ ਨੇ ਕਿਹਾ NRI ਭਰਾਵਾਂ ਨੇ ਜਿੰਨੇ ਮਰਜ਼ੀ ਪੈਸੇ ਲੱਗੇ ਨੇ ਪੈਸੇ ਅਸੀਂ ਭੇਜਾਂਗੇ, ਤੁਸੀਂ ਇਹਨੂੰ ਹੌਲੀ ਹੌਲੀ ਜਿਵੇਂ ਪਿੰਡ ਇੱਥੇ ਗਵਾੜ 'ਚ ਸ਼ੁਰੂ ਕੀਤਾ ਤੇ ਪਿੰਡ ਪੱਧਰ 'ਤੇ ਵੀ। ਪਿੰਡ ਦੇ ਸਰਪੰਚ ਦੇ ਪਤੀ ਨੇ ਦੱਸਿਆ ਕਿ ਇੱਕ ਪੱਤੀ ਤੋਂ ਸ਼ੁਰੂ ਹੋਏ ਇਸ ਕੰਮ ਵਿੱਚ ਕਿਵੇਂ ਪਿੰਡ ਦੇ ਹਰ ਵਿਅਕਤੀ ਨੇ ਯੋਗਦਾਨ ਦਿੱਤਾ ਤੇ ਹੁਣ ਪੂਰੇ ਪਿੰਡ ਨੂੰ ਨਿਵੇਕਲੀ ਦਿੱਖ ਦੇਣ ਦਾ ਵਿਚਾਰ ਹੈ, ਜਿਸ ਦੇ ਲਈ ਪੰਚਾਇਤੀ ਫੰਡ ਵਿੱਚੋਂ ਖਰਚਾ ਕੀਤਾ ਜਾ ਰਿਹਾ ਹੈ। ਯੁਵਾ ਪੀੜ੍ਹੀ ਨੂੰ ਜੀ ਇਹ ਬਹੁਤ ਜ਼ਿਆਦਾ ਜਾਗਰੂਕ ਕਰੂ, ਕਿਉਂਕਿ ਜਿਹੜੇ ਸਾਡੇ 1400-1500 ਦੇ ਤਕਰੀਬਨ ਰਹਿੰਦੇ ਆ NRI ਹੈਗੇ ਆ ਇੱਥੋਂ ਪਿੰਡ ਦੇ, ਅਤੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਕਦੇ ਵੀ
ਸਾਲ ਬਾਅਦ ਜਾਂ 2 ਸਾਲਾਂ ਬਾਅਦ ਇੱਧਰ ਆਉਂਦੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹਲ ਪੰਜਾਲੀ ਕੀ ਹੁੰਦੇ ਆ, ਪੀੜ੍ਹੀ ਕੀ ਹੁੰਦੀ ਆ, ਇਹਨਾਂ ਚੀਜ਼ਾਂ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ। ਜਦੋਂ ਉਹ ਇੱਥੇ ਆਉਣਗੇ ਤਾਂ ਉਹਨਾਂ ਨੂੰ ਸਪੈਸ਼ਲੀ ਦਿਖਾਉਣ ਲਈ ਲੈ ਕੇ ਆ ਰਹੇ ਆ ਵੀ ਆਹ ਹਾਲਾ ਤੇ ਆ ਪਜਾਲੀ ਆ, ਮਧਾਣੀ ਆ, ਆਹ ਸੁਹਾਗਾ ਵਾ, ਕਰਾਹਾ ਵਾ। ਤੋਂ 1 ਸਾਲ ਪਹਿਲਾਂ ਸੰਤ ਬਾਬਾ ਵਿਸਾਖਾ ਸਿੰਘ ਦੀ ਸਾਡੇ ਗੁਰਦੁਆਰਾ ਵਾ ਜੀ, ਤੇ ਉਹਨਾਂ ਦੀ ਰਹਿਨੁਮਾਈ ਹੇਠ ਹੀ ਸਾਰੇ ਕੰਮ ਹੁੰਦੇ ਆ ਇੱਥੇ ਪਿੰਡ ਦੇ। ਪੰਚਾਇਤ ਵੀ ਕਰੇ ਜਾਂ ਨਗਰ ਕਰੇ, ਤਾਂ ਸਾਡਾ ਇਹ ਗਵਾੜ ਆ ਜਿਹੜਾ ਪੰਚਾਇਤ ਬਣਨ ਤੋਂ ਬਾਅਦ ਸ਼ੁਰੂਆਤ ਇੱਥੋਂ ਹੋਈ ਇੰਟਰਲੋਕ ਤੋਂ, ਕਿਉਂਕਿ ਇੱਥੇ ਸੜਕਾਂ ਦਾ ਬਹੁਤ ਮਾੜਾ ਹਾਲ ਸੀਗਾ, ਗਲੀਆਂ ਦਾ ਬਹੁਤ ਮਾੜਾ ਹਾਲ ਸੀ। ਜਮਾਂ ਪਿੱਛੇ 25-30 ਸਾਲ ਤੋਂ ਕੰਮ ਨਹੀਂ ਹੋਇਆ ਸੀ ਬਿਲਕੁਲ ਵੀ, ਤੇ ਅਸੀਂ ਸ਼ੁਰੂਆਤ ਇੱਥੋਂ ਕੀਤੀ ਸੀਗੀ ਸੰਤ ਬਾਬਾ ਵਿਸਾਖਾ ਸਿੰਘ ਦੇ ਨਗਰ ਕੀਰਤਨ ਤੋਂ ਪਹਿਲਾਂ। ਕੋਈ ਵੀ ਘਰ ਦਾ ਮੈਂਬਰ ਨਹੀਂ ਹੋਊਗਾ ਜਿਹਨੇ ਇੱਥੇ ਕੰਮ ਨਾ ਕੀਤਾ ਹੋਵੇ ਇਸ ਗਵਾੜ ਦਾ, ਤੇ ਹਰ ਇੱਕ ਬੁੜੀ ਜਾਂ ਇੱਥੋਂ ਦਾ ਕੋਈ ਪੁਰਸ਼ ਬੱਚਾ ਹਰ ਇੱਕ ਬੰਦੇ ਨੇ ਕੰਮ ਕੀਤਾ। ਮੈਂ ਨਹੀਂ ਦੇਖਿਆ ਵੀ ਕਿਸੇ ਵੀ ਪਿੰਡ ਵਿੱਚ ਇੱਦਾਂ ਜਾਂ ਕਿਸੇ ਹੋਰ ਗਵਾੜ ਵਿੱਚ ਇੱਦਾਂ ਦਾ ਸਾਡਾ ਕੰਮ ਹੋਇਆ ਹੋਵੇ। ਆਪ ਰਾਤ ਨੂੰ ਅੱਧੀ ਰਾਤ ਨੂੰ ਇੱਟਾਂ ਆਪ ਲਾਉਂਦੀਆਂ ਬੁੜੀਆਂ ਇੱਥੇ ਦੇਖੀਆਂ ਗਈਆਂ ਇਸ ਗਵਾੜ 'ਚ ਜਿੱਥੋਂ ਸ਼ੁਰੂਆਤ ਹੋਈ ਆ, ਤੇ ਉਹਨੂੰ ਅੱਗੇ ਵਧਾਉਂਦੇ ਹੋਏ ਤੇ ਵਿਰਸੇ ਵੱਲ ਨੂੰ ਵੱਧ ਗਿਆ ਗਵਾੜ ਸਾਡਾ। ਅਸੀਂ ਹੁਣ ਪੰਚਾਇਤ ਵੱਲੋਂ ਜਿੰਨਾ ਵੀ ਕਰ ਸਕਦੇ ਹਾਂ ਇਹਨਾਂ ਨਾਲ, ਵੀ ਜਿੰਨੀਆਂ ਵੀ ਕੰਧਾਂ ਹੋਣਗੀਆਂ ਗਲੀਆਂ ਦੀਆਂ, ਜਿਹੜੀ ਵੀ ਗਲੀ ਦੀ ਕੰਧ ਹੋਊਗੀ, ਜਿੰਨਾ ਉਹਨਾਂ ਤੇ ਸੀਮੈਂਟ ਲੱਗੂਗਾ ਪਲਾਸਟਰ ਦਾ, ਉਹ ਅਸੀਂ ਜਿੱਦਾਂ ਮਰਜ਼ੀ ਕਰੀਏ ਪੰਚਾਇਤ ਫੰਡ 'ਚੋਂ ਦੇਵਾਂਗੇ। ਸਾਰੇ ਪਿੰਡ 'ਚ ਕੋਸ਼ਿਸ਼ ਰਹੂਗੀ ਵੀ ਉਹ ਜੀ। ਸਕੂਲ ਦੀਆਂ ਕੰਧਾਂ ਉੱਤੇ ਕੀਤੀ ਪੇਂਟਿੰਗ ਤੋਂ ਪ੍ਰੇਰਿਤ ਪਿੰਡ ਵਾਸੀਆਂ ਨੇ ਸੋਚਿਆ ਕਿਉਂ ਨਾ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕੰਧਾਂ ਉੱਤੇ ਚਿੱਤਰਕਾਰੀ ਕਰ ਇਤਿਹਾਸ ਦੇ ਪੰਨੇ ਫਰੋਲੇ ਜਾਣ। ਇਸ ਨਾਲ ਹੀ ਉਹਨਾਂ ਵੱਲੋਂ ਗਲੀਆਂ ਵਿੱਚ 3D ਪੇਂਟਿੰਗ ਬਣਾਉਣ ਦਾ ਵਿਚਾਰ ਵੀ ਹੈ। ਪਹਿਲਾਂ ਗਲੀਆਂ ਗੁਲੀਆਂ ਚੰਗੀ ਤਰ੍ਹਾਂ ਬਣਾਈਆਂ, ਇੰਟਰਲੋਕ ਲੱਗੀ, ਫਿਰ ਜੋ ਸੋਹਣਾ ਲੱਗਣ ਲੱਗ ਗਿਆ ਤੇ ਫਿਰ ਇਹ ਪਾਸੇ ਧਿਆਨ ਗਿਆ ਕਿ ਕਿਉਂ ਨਾ ਵੀ ਇੱਥੇ ਆਪਾਂ ਇਤਿਹਾਸ ਦੇ ਪੰਨੇ ਫਰੋਲੀਏ ਤੇ ਕੁਛ ਉੱਦਾਂ ਦਾ ਕੁਛ ਚਿੱਤਰਿਆ ਜਾਵੇ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਜਿਹੜੇ ਹੁਣ ਦੇ ਮੌਜੂਦਾ ਬੱਚੇ ਜਿਹੜੇ ਇਤਿਹਾਸ ਤੋਂ ਸੱਖਣੇ ਨੇ, ਉਹਨਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੈ ਕਿਸੇ ਚੀਜ਼ ਦਾ। ਉੱਥੇ ਸਾਰਿਆਂ ਰਲਿਆ ਮਿਲਿਆ ਕੁਛ ਆਪਣੀ ਪੰਜਾਬੀ ਸੱਭਿਆਚਾਰ, ਸਿੱਖੀ ਸੱਭਿਆਚਾਰ, ਜਿਹਦੇ ਨਾਲ ਕੁਛ ਇਹਨਾਂ ਦੀ ਗਿਆਨ ਦੇ ਵਿੱਚ ਵਾਧਾ ਹੋਵੇ, ਇਹ ਜਾਣੂ ਹੋਣ ਤੇ ਇਹਨਾਂ ਦੇ ਇਹ ਚਿੱਤਰਾਂ ਨੂੰ ਵੇਖ ਕੇ ਇਹਨਾਂ ਦਿਮਾਗ ਦੇ ਵਿੱਚ ਇਹਨਾਂ ਨੂੰ ਹੋਰ ਜਾਣਨ ਦੀ, ਹੋਰ ਇਤਿਹਾਸ ਨੂੰ ਫੋਲਣ ਦੀ ਇਹਨਾਂ 'ਚ ਹਿੰਮਤ ਪਵੇ ਤੇ ਮਤਲਬ ਵਧੀਆ ਹੋਵੇ। ਇਸ ਕਰਕੇ ਉਪਰਾਲਾ ਕਰਕੇ ਹਰੇਕ ਪੱਖ ਨੂੰ ਲੈ ਕੇ ਤੇ ਹਰੇਕ ਤਰ੍ਹਾਂ ਇਤਿਹਾਸ ਨੂੰ ਲੈ ਕੇ ਹਰੇਕ ਪੱਖ ਨੂੰ ਦਾਜ ਕੇ ਤੇ ਇਹ ਜਿਹੜੀਆਂ ਆਪਾਂ ਇੱਥੇ ਕੰਮ ਸ਼ੁਰੂ ਕਰਵਾਇਆ ਜੀ। ਇਤਿਹਾਸ ਦੇ ਵਿੱਚ ਜੀ ਆਪਣੇ ਗੁਰੂਆਂ ਦੀਆਂ ਤਸਵੀਰਾਂ, ਯੋਧਿਆਂ ਦੀਆਂ ਤਸਵੀਰਾਂ, ਆਪਣੇ ਜਿਨ੍ਹਾਂ ਨੇ ਜੰਗਾਂ ਲੜੀਆਂ ਉਹਨਾਂ ਦੀਆਂ ਤਸਵੀਰਾਂ, ਜਾਂ ਆਪਣਾ ਬਜ਼ੁਰਗ ਜਿਵੇਂ ਮੇਲੇ 'ਤੇ ਜਾਂਦੇ ਸੀ ਪਹਿਲਾਂ ਜਵਾਕਾਂ ਨੂੰ ਲੈ ਕੇ, ਸੱਭਿਆਚਾਰ, ਤਾਸ਼ ਖੇਡਦੇ ਜਿਵੇਂ ਸੱਥਾਂ ਦੇ ਵਿੱਚ, ਜਾਂ ਆਪਣਾ ਤ੍ਰਿੰਜਣ ਹੋ ਗਿਆ, ਇਹਦੇ ਨਾਲ ਰਿਲੇਟਡ ਸਾਰੀਆਂ, ਜਾਂ ਕੋਈ ਕੁਛ ਇਹ ਤੋਂ ਬਿਨਾਂ ਕੁਛ ਅਸੀਂ ਜ਼ੋਰ ਲਾ ਰਹੇ ਹਾਂ ਅੱਜ ਵੀ 3D ਟਾਈਪ ਕੁਛ ਹੋਵੇ, ਜੋ ਲੰਘਦੇ ਕਰਦਿਆਂ ਨੂੰ ਨਾ ਬੰਦੇ ਨੂੰ ਭੁਲੇਖਾ ਪਵੇ, ਮਤਲਬ ਨਵਾਂ ਵੀ ਕੁਛ ਹੋਵੇ। ਹਰ ਇੱਕ ਨੂੰ ਅਸੀਂ ਮਿਕਸ ਕਰਕੇ ਕਰਨ ਦੀ ਕੋਸ਼ਿਸ਼ ਕਰ। ਪਿੰਡ ਦੀ ਪੰਚਾਇਤ ਦੇ ਉਪਰਾਲੇ ਤੋਂ ਪਿੰਡ ਵਾਸੀ ਕਾਫੀ ਖੁਸ਼ ਨੇ। ਬਿਨਾਂ ਸ਼ੱਕ ਕੰਧਾਂ ਉੱਤੇ ਹੋਈ ਇਹ ਚਿੱਤਰਕਾਰੀ ਨਵੀਆਂ ਪੀੜ੍ਹੀਆਂ ਨੂੰ ਜਿੱਥੇ ਪੰਜਾਬੀ ਵਿਰਸੇ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੀ ਹੈ, ਉੱਥੇ ਹੀ ਗਿਆਨ ਵਿੱਚ ਵਾਧਾ ਵੀ ਕਰਨ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਤੱਕ ਪਹੁੰਚ ਜਾਣਕਾਰੀ ਲੈਣ ਲਈ ਜਿਗਿਆਸਾ ਵੀ ਪੈਦਾ ਕਰ ਰਹੀ ਹੈ। ਕਹਿਣਾ ਚਾਹੂੰਗੀ ਕਿ ਸਾਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਅਟਰੈਕਟ ਕਰਦੀ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਪੜ੍ਹਦੇ ਸੀ, ਹੁਣ ਜਦ ਵੀ ਅਸੀਂ ਸਕੂਲ ਨੂੰ ਜਾਂਦੇ ਹਾਂ ਤਾਂ ਇਹ ਚੀਜ਼ਾਂ ਕੰਧਾਂ ਉੱਤੇ ਦੇਖ ਕੇ ਸਾਡਾ ਮਾਈਂਡ ਉਹਨਾਂ ਚੀਜ਼ਾਂ ਵੱਲ ਡਿਵਰਟ ਹੁੰਦਾ ਆ, ਤੇ ਅਸੀਂ ਬਹੁਤ ਜ਼ਿਆਦਾ ਸੇਧ ਲੈਂਦੇ ਹਾਂ ਇਹਨਾਂ ਚੀਜ਼ਾਂ ਤੋਂ। ਸਾਨੂੰ ਆਪਣੇ ਪੁਰਾਣੇ ਬਜ਼ੁਰਗਾਂ ਬਾਰੇ ਪਤਾ ਲੱਗਦਾ ਆ ਕਿ ਉਹ ਕਿੱਦਾਂ ਹੱਥੀਂ ਕੰਮ ਕਰਦੇ ਹੁੰਦੇ ਸੀ, ਕੀ ਚੀਜ਼ਾਂ ਹੁੰਦੀਆਂ ਸੀ ਪੁਰਾਤਨ ਸਮੇਂ ਵਿੱਚ, ਕਿਉਂਕਿ ਇਹ ਚੀਜ਼ਾਂ ਸਿਰਫ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ, ਉੱਥੇ ਪੂਰਾ ਕਲੀਅਰ ਸਾਨੂੰ ਨਹੀਂ ਦਿਖਾਇਆ ਜਾਂਦਾ ਕਿਤਾਬਾਂ ਦੇ ਵਿੱਚ, ਬਟ ਇਹ ਚੀਜ਼ਾਂ ਅਸੀਂ ਕੰਧਾਂ ਉੱਤੇ ਦੇਖਦੇ ਹਾਂ, ਬਹੁਤ ਅਟਰੈਕਟ ਹੁੰਦੇ ਹਾਂ ਤੇ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਆਪਣੇ ਮਾਈਂਡ 'ਚ ਲੈਂਦੇ ਹਾਂ। ਜਿਵੇਂ ਪੁਰਾਤਨ ਸਮੇਂ ਦੀਆਂ ਚੱਕੀਆਂ ਹੋ ਗਈਆਂ, ਹਲ ਪੰਜਾਲੀਆਂ ਹੋ ਗਈਆਂ, ਇਹ ਚੀਜ਼ਾਂ ਅਸੀਂ ਕਦੇ ਨਹੀਂ ਸੀ ਦੇਖੀਆਂ ਤੇ ਸਾਨੂੰ ਇੱਦਾਂ ਲੱਗਦਾ ਸੀ ਵੀ ਅਸੀਂ ਇਹ ਚੀਜ਼ਾਂ ਕਿਤਾਬਾਂ ਵਿੱਚ ਹੀ ਅਸੀਂ ਕਦੇ ਵੇਖ ਵੀ ਨਹੀਂ ਸਕਾਂਗੇ, ਪਰ ਹੁਣ ਇਹ ਚੀਜ਼ਾਂ ਅੱਖੀਂ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਪਤਾ ਲੱਗਦਾ ਆ ਜਿਨ੍ਹਾਂ ਬਾਰੇ ਸਾਨੂੰ ਨਹੀਂ ਕੋਈ ਨੌਲੇਜ ਸੀਗੀ, ਉਹਨਾਂ ਨੂੰ ਦੇਖਦੇ ਹਾਂ ਅਸੀਂ ਜਦੋਂ, ਤੇ ਸਾਡਾ ਮੱਲੋ ਮੱਲੀ ਜੀ ਕਰਦਾ ਹੈ ਕਿ ਅਸੀਂ ਇਹ ਚੀਜ਼ਾਂ 'ਤੇ ਸਰਚ ਕਰੀਏ ਕਿ ਇਹ ਕੀ ਚੀਜ਼ਾਂ ਨੇ, ਤੇ ਸਾਡੀ ਨੌਲੇਜ ਜਿਹੜੀ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ ਸਾਡੇ ਕਲਚਰ ਨੂੰ ਲੈ ਕੇ। ਹੁਣੇ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਪਿੰਡ ਕਿਸ਼ਨਪੁਰਾ ਦੀਆਂ ਗਲੀਆਂ ਦਾ ਇਤਿਹਾਸ ਤੇ ਤ੍ਰਿੰਜਣ 'ਚ ਬੈਠੀਆਂ ਮਹਿਲਾਵਾਂ ਦਾ ਤੇ ਸੱਥ 'ਚ ਬੈਠੇ ਬਜ਼ੁਰਗਾਂ ਦਾ। ਸਾਰਿਆਂ ਨੂੰ ਅਸੀਂ ਤੁਹਾਨੂੰ ਮਿਲਾਇਆ, ਸਾਰਿਆਂ ਤੋਂ ਅਸੀਂ ਜਾਣਕਾਰੀ ਲਿੱਤੀ ਕਿ ਕੀ ਇਸ ਪਿੰਡ ਦੇ ਵਿੱਚ ਜਿਹੜੀ ਹੈਗੀ ਨੁਹਾਰ ਬਦਲੀ ਜਾ ਰਹੀ ਹੈਗੀ ਆ। ਆਉਣ ਵਾਲੀ ਯੁਵਾ ਪੀੜ੍ਹੀ ਨੂੰ ਜਿਹੜਾ ਪੁਰਾਣੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਹੈਗਾ, ਕਿਸ ਤਰੀਕੇ ਨਾਲ ਇਹਨਾਂ ਦੀ ਸੋਚ ਬਣੀ ਔਰ ਅੱਗੇ ਦੀ ਇਹਨਾਂ ਦੀ ਕੀ ਪਲੈਨਿੰਗ ਸੀ। ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਹੁਣ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਮੁਹੱਲਾ ਜਿਹੜਾ ਹੈਗਾ ਕਹਿ ਸਕਦੇ ਆਪਾਂ ਇੱਕ ਏਰੀਆ ਜਿਹੜਾ ਕੰਪਲੀਟ ਹੋ ਚੁੱਕਿਆ, ਔਰ ਦੂਜੇ ਏਰੀਏ ਦਾ ਜਿਹੜਾ ਕੰਮ ਹੈਗਾ ਉਹ ਅੱਜ ਸ਼ੁਰੂ ਕਰ ਦਿੱਤਾ ਗਿਆ ਹੈਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਪੁਰਾਣਾ ਇਤਿਹਾਸ ਜਿਹੜਾ ਸਾਰਾ ਦਰਸਾਇਆ ਜਾਏਗਾ, ਔਰ ਹਰੇਕ ਘਰ ਦੇ ਬਾਹਰ ਜਿਹੜਾ ਹੈਗਾ
ਪੁਰਾਣੇ ਇਤਿਹਾਸ ਦੀਆਂ ਤਸਵੀਰਾਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ। ਔਰ ਕੁਝ ਦਿਨਾਂ ਬਾਅਦ ਜਿਹੜਾ ਹੈਗਾ ਇੱਥੇ ਜਿਹੜੀ ਹੈਗੀ ਇੱਕ ਪ੍ਰਦਰਸ਼ਨੀ ਵੀ ਜਿਹੜੀ ਹੈਗੀ ਹੈ ਇੱਕ ਸਰਾਂ ਦੇ ਵਿੱਚ ਉਹ ਵੀ ਲਗਾਈ ਜਾਵੇਗੀ, ਤਾਂ ਕਿ ਲੋਕਾਂ ਨੂੰ ਪੁਰਾਣੀਆਂ ਚੀਜ਼ਾਂ ਬਾਰੇ ਜਿਹੜਾ ਦਰਸਾਇਆ ਜਾਵੇ, ਦੱਸਿਆ ਜਾਵੇ। ਯੁਵਾ ਪੀੜ੍ਹੀ ਖਾਸ ਕਰਕੇ ਜਿਹੜੀ ਕਿ ਸਿਰਫ ਕਿਤਾਬਾਂ ਦੇ ਵਿੱਚ ਹੀ ਪੜ੍ਹਦੀ ਹੈ ਹਰੀ ਸਿੰਘ ਨਲੂਆ ਬਾਰੇ, ਲੇਕਿਨ ਉਹਦੇ ਇਤਿਹਾਸ ਬਾਰੇ ਜਿਹੜਾ ਦੀਵਾਰਾਂ ਦੇ ਉੱਤੇ ਆਏਗਾ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਹੈ ਉਹ ਦੀਵਾਰਾਂ ਦੇ ਉੱਤੇ ਆਏਗਾ। ਤੇ ਜਿਹਦਾ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਬਹੁਤ ਹੀ ਵਧੀਆ ਲੱਗਿਆ ਹੋਵੇਗਾ। ਸਹਿਯੋਗੀ ਦਲੀਪ ਦੇ ਨਾਲ ਵਿਪਨ ਓਕਾੜਾ, ਜਗਬਾਣੀ ਟੀਵੀ, ਮੋਗਾ।